परम सत्कारयोग साध संगत जी अपनी मन बिरती ਨੂੰ ਇਕਾਗਰ ਕਰ ਲਈਏ ਤੇ ਗੱਜ ਕੇ ਆਖ ਲਈਏ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਅੱਜ ਦੀ ਸਾਖੀ ਦਾ ਵਿਸ਼ਾ ਹੈ ਸਫਲ ਦਰਸ। ਆਰੰਭ ਵਿੱਚ ਜਦੋਂ ਮੈਂ ਨਾਮ ਜਪਣ ਲਈ ਬੈਠਦਾ ਤਾਂ ਮਨ ਟਿਕਾਉਣ ਤੇ ਕਰੀਬ ਅੱਧਾ ਘੰਟਾ ਲੱਗ ਜਾਂਦਾ। ਵਾਰ-ਵਾਰ ਖਿਆਲ ਇੱਧਰ ਉੱਧਰ ਭਟਕਦੇ। ਮੈਂ ਮਨ ਨੂੰ ਘੇਰ ਘੂਰ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦਾ। ਮਨ ਨੂੰ ਟਿਕਾਉਣ ਲਈ ਨਾਮ ਦੇ ਜਾਪ ਦਾ ਸ਼ੁੱਧ ਉਚਾਰਨ ਬੜਾ ਸਹਾਈ ਹੁੰਦਾ। ਪਰ ਜਦੋਂ ਇੱਕ ਵੇਰ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਫਲ ਦਰਸ਼ਨ ਹੋ ਗਏ, ਫੇਰ ਤਾਂ ਅਜਿਹੀ ਆਨੰਦਮਈ ਅਵਸਥਾ ਬਣ ਗਈ ਕਿ ਹੁਣ ਜਦੋਂ ਵੀ ਮੈਂ ਨਾਮ ਜਪਣ ਬੈਠਦਾ ਹਾਂ 2 ਕੁ ਮਿੰਟਾਂ ਵਿੱਚ ਹੀ ਮਨ ਇਕਾਗਰ ਹੋ ਜਾਂਦਾ ਹੈ। ਚਿੱਤ ਬਿਰਤੀ ਸਤਿਗੁਰੂ ਚਰਨਾਂ ਨਾਲ ਜੁੜ ਜਾਂਦੀ ਹੈ। ਇੱਕ ਰੰਗ ਰਤੜੇ ਗੁਰਮੁਖ ਪਿਆਰੇ ਪ੍ਰਿੰਸੀਪਲ ਸ਼ਿਵਦੇਵ ਸਿੰਘ ਜੀ ਆਪਣੇ ਨਾਮ ਅਭਿਆਸ ਦੇ ਅਨੁਭਵ ਦੱਸ ਰਹੇ ਸਨ। ਸਤਿਗੁਰੂ ਦੇ ਗੁਣ ਗਾਇਨ ਕਰਦਿਆਂ ਆਖ ਰਹੇ ਸਨ, ਸਤਿਗੁਰੂ ਗੁਣਾਂ ਦਾ ਸਾਗਰ ਹੁੰਦਾ ਹੈ। ਬੇਅੰਤ ਗੁਣ ਹਨ ਸਤਿਗੁਰੂ ਦੇ। ਸਤਿਗੁਰੂ ਮਿੱਠ ਬੋਲੜਾ, ਦਿਆਲੂ, ਪਰਉਪਕਾਰੀ, ਨਿਰਭਉ, ਨਿਰਵੈਰ ਅਤੇ ਪ੍ਰੇਮ ਦਾ ਸੋਮਾ ਹੁੰਦਾ ਹੈ। ਵਿਸ਼ਿਆ ਵਿਕਾਰਾਂ ਤੋਂ ਰਹਿਤ ਅਤੇ ਆਨੰਦ ਸਰੂਪ ਹੁੰਦਾ ਹੈ। ਸਤਿਗੁਰੂ ਦੇ ਅਨੇਕਾਂ ਗੁਣਾਂ 'ਚੋਂ ਇੱਕ ਇੱਕ ਕਰਕੇ ਜਿੰਨੇ ਗੁਣ ਵੀ ਸਿੱਖ ਗ੍ਰਹਿਣ ਕਰਦਾ ਜਾਂਦਾ ਹੈ, ਓਨਾ ਹੀ ਉਹ ਮਨ ਕਰਕੇ ਸਤਿਗੁਰੂ ਦੇ ਨੇੜੇ ਹੁੰਦਾ ਜਾਂਦਾ ਹੈ, ਸਤਿਗੁਰੂ ਦੇ ਵਰਗਾ ਹੁੰਦਾ ਜਾਂਦਾ ਹੈ। ਸਤਿਗੁਰੂ ਸਦ ਬਖਸ਼ਿੰਦ ਹੈ। ਜੇ ਅਸੀਂ ਵੀ ਕਿਸੇ ਵੱਲੋਂ ਵਾਅਦਾ ਕਰਨ 'ਤੇ ਵੀ ਦੁਸ਼ਮਣੀ ਭਾਵ ਮਨ ਵਿੱਚ ਨਹੀਂ ਆਉਣ ਦਿੰਦੇ ਤਾਂ ਬੈਰੀ ਮੀਤ ਸਮਾਨ ਦੁਸ਼ਮਣ ਨਾਲ ਵੀ ਮਿੱਤਰਤਾ ਵਾਂਗ ਵਰਤਾਅ ਕਰਦੇ ਹਾਂ ਤਾਂ ਇੱਕ ਕਦਮ ਹੋਰ ਸਤਿਗੁਰੂ ਦੇ ਨੇੜੇ ਹੋ ਜਾਂਦੇ ਹਾਂ। ਬੁਰੇ ਨਾਲ ਜੋ ਨੇਕੀ ਕਰਨੀ ਉਹ ਗੁਰੂ ਨਾਨਕ ਜਾਣੇ। ਗੁਰੂ ਵਾਲੇ ਗੁਣ ਆਪਣੇ ਅਮਲੀ ਜੀਵਨ ਵਿੱਚ ਧਾਰਨ ਕਰਕੇ ਹੀ ਗੁਰੂ ਦਰ ਪ੍ਰਵਾਨ ਹੋਇਆ ਜਾਂਦਾ ਹੈ। ਸੋ ਸਤਿਗੁਰ ਜਿਸ ਹਿਰਦੇ ਹਰਿ ਨਾਉ। ਸਤਿਗੁਰੂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੁੰਦਾ ਹੈ। ਸਤਿਗੁਰੂ ਦੀ ਦੇਹ ਹੀ ਸ਼ਬਦ ਨਾਮ ਦੀ ਹੁੰਦੀ ਹੈ। ਜਦੋਂ ਅਸੀਂ ਇਕਾਗਰ ਹੋ ਕੇ ਨਾਮ ਜਪਦੇ ਹਾਂ ਤਾਂ ਸਾਡੇ ਹਿਰਦੇ ਵਿੱਚ ਸਤਿਗੁਰੂ ਦਾ ਵਾਸਾ ਹੋ ਜਾਂਦਾ ਹੈ। ਜਿੱਥੇ ਸਤਿਗੁਰੂ ਦਾ ਵਾਸਾ ਹੋਵੇ ਉੱਥੇ ਵਿਸ਼ੇ ਵਿਕਾਰ ਅਤੇ ਕੂੜ ਕਪਟ ਨਹੀਂ ਰਹਿ ਸਕਦੇ। ਜੇ ਕੋਈ ਵਡਭਾਗਾ ਸਿੱਖ ਪੂਰੀ ਤਰ੍ਹਾਂ ਮੈਂ ਤੇਰੀ ਤਿਆਗ ਕੇ ਸਤਿਗੁਰੂ ਵਾਲੇ ਸਾਰੇ ਗੁਣ ਗ੍ਰਹਿਣ ਕਰ ਲਵੇ, ਉਹ ਲੈਣਾ ਜੀਵਾਂਗ ਗੁਰੂ ਦਾ ਹੀ ਅੰਗ ਅੰਗਦ ਗੁਰੂ ਦਾ ਰੂਪ ਹੋ ਜਾਂਦਾ ਹੈ। ਜਦੋਂ ਸਰਦਾ ਪ੍ਰੇਮ ਅਤੇ ਭਗਤੀ ਪੂਰਨ ਹੋ ਜਾਣ, ਦਵੈਤ ਮਿਟ ਜਾਵੇ ਤਾਂ ਸਿੱਖ ਗੁਰੂ ਹੈ ਏਕੋ ਵਾਲੀ ਅਵਸਥਾ ਬਣ ਜਾਂਦੀ ਹੈ। ਸੰਨ 2003 ਈਸਵੀ ਅੱਸੂ ਦੇ ਮੇਲੇ ਸਮੇਂ ਇੱਕ ਦਿਨ ਆਸਾ ਦੀ ਵਾਰ ਦੇ ਭੋਗ ਉਪਰੰਤ ਘਾਹ ਦੇ ਮੈਦਾਨ ਵਿੱਚ ਬੈਠੇ ਗੁਰੂ ਪ੍ਰੇਮ ਵਿੱਚ ਆਨੰਦ ਵਿਭੋਰ ਹੋਏ ਮੈਨੂੰ ਆਪਣੇ ਅਨੁਭਵ ਦੱਸ ਰਹੇ ਸਨ ਪ੍ਰਿੰਸੀਪਲ ਸ਼ਿਵਦੇਵ ਸਿੰਘ ਜੀ। ਪ੍ਰਿੰਸੀਪਲ ਸਾਹਿਬ, ਤੁਸੀਂ ਆਖਿਆ ਹੈ ਕਿ ਜਦੋਂ ਮੈਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਫਲ ਦਰਸ਼ਨ ਹੋਏ ਤਾਂ ਮੇਰੀ ਆਤਮਿਕ ਅਵਸਥਾ ਹੀ ਬਦਲ ਗਈ। ਕੀ ਭਾਵ ਹੈ ਸਫਲ ਦਰਸ਼ਨ ਦਾ? ਕਿਸ ਰੂਪ ਵਿੱਚ ਤੇ ਕਿਵੇਂ ਹੋਏ ਦਰਸ਼ਨ? ਤੁਸੀਂ ਪਿਤਾ, ਦਾਦੇ ਜਾਂ ਪਰਦਾਦੇ ਤੋਂ ਕਦੋਂ ਤੋਂ ਨਾਮਧਾਰੀ ਹੋ? ਮੈਂ ਹਰਪਾਲ ਸਿੰਘ ਸੇਵਕ ਜਿਗਿਆਸਾ ਜ਼ਾਹਰ ਕੀਤੀ ਤਾਂ ਪ੍ਰਿੰਸੀਪਲ ਜੀ ਨੇ ਵਿਸਥਾਰ ਸਹਿਤ ਆਤਮ ਕਥਾ ਸੁਣਾਉਣੀ ਸ਼ੁਰੂ ਕੀਤੀ। ਮੇਰੇ ਦਾਦਾ ਸੰਤ ਰਤਨ ਸਿੰਘ ਪੱਕੇ ਨਾਮਧਾਰੀ ਸਨ। ਮੈਂ ਬਚਪਨ ਵਿੱਚ ਦਰਸ਼ਨ ਕੀਤੇ ਸਨ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ। ਸਾਡੇ ਘਰ ਵਿੱਚ ਚਰਨ ਪਾਏ ਸਨ। ਮੇਰੇ ਦਾਦਾ ਜੀ ਤੋਂ ਬਾਅਦ ਸਾਡੇ ਘਰ ਦਾ ਵਾਤਾਵਰਨ ਬਦਲਣਾ ਸ਼ੁਰੂ ਹੋ ਗਿਆ। ਨਾਮ ਬਾਣੀ ਅਤੇ ਸਿੱਖੀ ਰਹਿਤ ਮਰਿਆਦਾ ਤੋਂ ਦੂਰ ਹੁੰਦੇ ਗਏ। ਮੇਰੇ ਪਿਤਾ ਸਰਦਾਰ ਕਿਰਪਾਲ ਸਿੰਘ ਖੁੱਲ੍ਹੇ ਖੁਲਾਸੇ ਸੁਭਾਅ ਦੇ ਹੋਣ ਕਰਕੇ ਆਪਣੇ ਨਾਮਧਾਰੀ ਪਿਛੋਕੜ ਪੂਰੀ ਤਰ੍ਹਾਂ ਭੁੱਲ ਗਏ। ਮੇਰੀ ਮਾਤਾ ਬੇਬੇ ਨਿਰਮਲ ਕੌਰ ਕਰਕੇ ਘਰ ਵਿੱਚ ਤਾਂ ਮਾਂ ਸ਼ਰਾਬ ਨਾ ਵੜ ਸਕਿਆ, ਪਰ ਅਸੀਂ ਬਾਹਰੋਂ ਖਾ ਪੀ ਲੈਂਦੇ। ਪੜ੍ਹਾਈ ਪੂਰੀ ਕਰਕੇ ਮੈਂ ਫੌਜ ਵਿੱਚ ਭਰਤੀ ਹੋ ਗਿਆ। 1987 ਵਿੱਚ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਿੰਡ ਚੱਕਦਾਨਾ ਫਗਵਾੜੇ ਕੋਲ ਆ ਕੇ ਇੱਕ ਪ੍ਰਾਈਵੇਟ ਸਕੂਲ ਖੋਲ੍ਹ ਲਿਆ।
ਮੈਟ੍ਰਿਕ ਤੱਕ ਦੇ ਰੈੱਡ ਰੋਜ਼ ਪਬਲਿਕ ਸਕੂਲ ਵਿੱਚ ਮੈਂ ਬਤੌਰ ਪ੍ਰਿੰਸੀਪਲ ਕਈ ਵੇਰ ਸੇਵਾ ਨਿਭਾਈ। ਸਮਾਂ ਬੀਤਦਾ ਗਿਆ, ਬੱਚਿਆਂ ਨੇ ਪੜ੍ਹਾਈ ਪੂਰੀ ਕਰਕੇ ਸਾਰੇ ਕੰਮਕਾਰ ਸੰਭਾਲ ਲਏ। 1999 ਵਿੱਚ ਜਦੋਂ ਮੈਂ ਵਿਹਲਾ ਹੋ ਗਿਆ ਤਾਂ ਮਨ ਕਰਕੇ ਪਰੇਸ਼ਾਨ ਰਹਿਣ ਲੱਗਾ। ਮੇਰੀ ਉਦਾਸੀ ਦਾ ਕਾਰਨ ਕੋਈ ਆਰਥਿਕ ਤੰਗੀ ਜਾਂ ਸਰੀਰਕ ਅਤੇ ਪਰਿਵਾਰਕ ਪਰੇਸ਼ਾਨੀ ਨਹੀਂ ਸੀ, ਸਗੋਂ ਇਹ ਖਿਆਲ ਮੈਨੂੰ ਅਸ਼ਾਂਤ ਕਰਦਾ ਸੀ ਕਿ ਜ਼ਿੰਦਗੀ ਦਾ ਬਹੁਤਾ ਹਿੱਸਾ ਘਰ ਪਰਿਵਾਰ ਵਾਸਤੇ ਅਤੇ ਆਪਣੀਆਂ ਸੁੱਖ ਸਹੂਲਤਾਂ ਵਾਸਤੇ ਮਿਹਨਤ ਕਰਦਿਆਂ ਬੀਤ ਗਿਆ। ਬੱਚੇ ਥਾਂ ਥਾਈਂ ਸੈੱਟ ਹਨ। ਇਹ ਧਨ ਪਦਾਰਥ ਅਤੇ ਪਰਿਵਾਰ ਕੁਝ ਵੀ ਤਾਂ ਨਾਲ ਨਹੀਂ ਜਾਣਾ। ਜਦੋਂ ਸ਼ਾਮ ਨੂੰ ਗੁਰਦੁਆਰੇ ਦੇ ਭਾਈ ਜੀ ਰਹਿਰਾਸ ਦਾ ਪਾਠ ਕਰਦੇ ਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀਆਂ ਇਹ ਪੰਕਤੀਆਂ ਮੇਰੇ ਮਨ ਨੂੰ ਬਹੁਤ ਟੁੰਬਦੀਆਂ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰੇ ਕੀਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਗ ਭਵਜਲ ਤਰਨ ਕੇ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਗੁਰਬਾਣੀ ਦੇ ਵਾਕ ਹਿਰਦੇ ਵਿੱਚ ਤੀਰ ਵਾਂਗ ਲੱਗਦੇ। ਮੈਂ ਸੋਚਦਾ ਕਿ ਮੇਰਾ ਜਨਮ ਕਿਤੇ ਇਸੇ ਤਰ੍ਹਾਂ ਬੇਅਰਥ ਹੀ ਨਾ ਬੀਤ ਜਾਵੇ। ਇਸ ਮਾਨਸ ਜਨਮ ਵਿੱਚ ਹੀ ਭਗਤੀ ਕਰਕੇ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਮੇਰਾ ਪਿਛੋਕੜ ਨਾਮਧਾਰੀ ਸੀ। ਇਹ ਖਿਆਲ ਮੇਰੇ ਧਿਆਨ ਵਿੱਚੋਂ ਪੂਰੀ ਤਰ੍ਹਾਂ ਵਿਸਰ ਚੁੱਕਾ ਸੀ। ਮੈਂ ਸੋਚਦਾ ਸੀ ਕਿ ਕਿਤੇ ਸਾਧੂਆਂ ਦੇ ਡੇਰੇ ਜਾਵਾਂ, ਬਿਆਸ ਜਾਵਾਂ ਜਾਂ ਰਾਣਾ ਸਾਹਿਬ ਜਾ ਕੇ ਨਾਮ ਦੀ ਦਾਤ ਪ੍ਰਾਪਤ ਕਰਾਂ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਸੇ ਪੂਰਨ ਪੁਰਖ ਦੇ ਚਰਨੀ ਲੱਗ ਕੇ ਨਾਮ ਜਪ ਕੇ ਆਪਣਾ ਜਨਮ ਸਫਲਾ ਕਰਾਂ। ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਕੁ ਦਿਨ ਬਾਕੀ ਹਨ। ਅਜਿਹੀਆਂ ਸੋਚਾਂ ਵਿੱਚ ਸਾਂ ਕਿ ਸਤੰਬਰ 2000 ਈਸਵੀ ਵਿੱਚ ਇੱਕ ਨਾਮਧਾਰੀ ਸਿੰਘ ਨਾਲ ਮੇਲ ਹੋਇਆ। ਉਹ ਮੋਟਰਸਾਈਕਲ 'ਤੇ ਘਰੋਂ ਘਰੀ ਦੁੱਧ ਵੇਚਦਾ ਸੀ। ਅਸੀਂ ਵੀ ਉਸੇ ਤੋਂ ਦੁੱਧ ਲੈਂਦੇ ਸਾਂ। ਇੱਕ ਗੁਰਮੁਖ ਸਰੂਪ ਵੇਖ ਕੇ ਮੈਂ ਆਪਣੇ ਮਨ ਦੀ ਬਿਰਥਾ ਉਸ ਨਾਲ ਸਾਂਝੀ ਕੀਤੀ। ਉਸ ਕਿਹਾ, ਸ਼੍ਰੀ ਭੈਣੀ ਸਾਹਿਬ, ਸਾਲਾਨਾ ਸਿਮਰਨ ਜਪ ਪ੍ਰਯੋਗ ਸ਼ੁਰੂ ਹੋਏ ਨੂੰ ਅਜੇ 5-7 ਦਿਨ ਹੀ ਹੋਏ ਹਨ। ਤੁਸੀਂ ਉੱਥੇ ਜਾ ਵੇਖੋ। ਚੰਗਾ ਲੱਗਿਆ ਤਾਂ ਤੁਸੀਂ ਵੀ ਨਾਮ ਅਭਿਆਸ ਦਾ ਸ਼ਾਮਲ ਹੋ ਜਾਇਓ। ਇਹ ਜਪ ਪ੍ਰਯੋਗ ਪੂਰਾ ਮਹੀਨਾ ਚੱਲਦਾ ਹੈ। ਨਾ ਮਨ ਟਿਕਿਆ ਤੇ ਫਿਰ ਕਿਤੇ ਹੋਰ ਜਾ ਵੇਖਿਓ, ਪਰ ਇੱਕ ਵਾਰ ਜਾ ਕੇ ਜ਼ਰੂਰ ਵੇਖਿਓ। ਤੁਹਾਨੂੰ ਉੱਥੇ ਸਤਿਯੁਗ ਲੱਗਿਆ ਜਾਪੇਗਾ। ਤੀਸਰੇ ਦਿਨ ਹੀ ਤਿਆਰ ਹੋ ਕੇ ਸ਼੍ਰੀ ਭੈਣੀ ਸਾਹਿਬ ਦਾ ਅਤਾ ਪਤਾ ਪੁੱਛ ਕੇ ਇੱਥੇ ਆ ਕੇ ਜ਼ਿੰਦਗੀ ਦੀ ਪਹਿਲੀ ਵਾਰ ਅਜਿਹਾ ਵਾਤਾਵਰਣ ਵੇਖਿਆ। ਜਾਪਦਾ ਹੀ ਨਹੀਂ ਸੀ ਕਿ ਉਹ ਕੋਈ ਪੰਜਾਬ ਦਾ ਪਿੰਡ ਹੈ। ਅੱਧੀ ਰਾਤੋਂ ਕਰੀਬ 12:30 ਵਜੇ 1 ਵਜੇ ਉੱਠ ਕੇ ਸਿੱਖ ਸੁਚੇਤ ਹੋ ਖੂਹੀਆਂ 'ਤੇ ਸੜੇ ਕੇ ਇਸ਼ਨਾਨ ਕਰਦੇ। ਬੱਚੇ, ਜਵਾਨ, ਬਜ਼ੁਰਗ, ਸਿੱਖ ਸਿੱਖਣੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਵੱਡੇ ਹਾਲ ਵਿੱਚ ਇਕੱਠੇ ਹੋ ਜਾਂਦੇ। ਅੰਮ੍ਰਿਤ ਵੇਲੇ 2 ਵਜੇ ਜਪ ਪ੍ਰਯੋਗ ਦੀ ਅਰਦਾਸ ਹੋ ਜਾਂਦੀ। ਮੱਧਮ ਜਿਹੇ ਚਾਨਣ ਵਿੱਚ ਦੇਸੀ ਘਿਓ ਦੀ ਜਗਦੀ ਜੋਤ, ਪਾਸ ਕੁੰਭ, ਜਲ ਦਾ ਗੜਵਾ ਅਤੇ ਮਗਦੇ ਕੋਲਿਆਂ ਦੇ ਸਮੱਗਰੀ ਦੀ ਸੁਗੰਧੀ। ਦਿਨ ਚੜ੍ਹਦੇ ਤੱਕ 4 ਘੰਟੇ ਸੰਗਤਾਂ ਨਾਮ ਅਭਿਆਸ ਕਰਦੀਆਂ। ਇਸੇ ਦੌਰਾਨ ਤੰਤੀ ਸਾਜ਼ਾਂ ਨਾਲ ਇਲਾਹੀ ਗੁਰਬਾਣੀ, ਆਸਾ ਦੀ ਵਾਰ ਦਾ ਕੀਰਤਨ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਨੂਰੀ ਦਰਸ਼ਨ ਹੁੰਦੇ। ਆਸਾ ਦੀ ਵਾਰ ਉਪਰੰਤ 15-20 ਮਿੰਟਾਂ ਲਈ ਇੱਕ ਰਿਸ਼ੀਆ ਵਰਗੇ ਬਜ਼ੁਰਗ ਬੜੇ ਰੰਗ ਵਿੱਚ ਧਾਰਨਾ ਗਾ ਕੇ ਆਰੰਭ ਕਰਦੇ ਅਤੇ ਇੱਕ ਸੰਤ ਸਾਧ ਦੀ ਗਾਥਾ ਸੁਣਾਉਂਦੇ। ਇਸੇ ਤਰ੍ਹਾਂ ਦੁਪਹਿਰ ਨੂੰ 12 ਤੋਂ 4 ਤੱਕ ਕਥਾ, ਨਾਮ ਸਿਮਰਨ ਅਤੇ ਸ਼ਾਮ ਦਾ ਕੀਰਤਨ ਹੁੰਦਾ। ਸੰਗਤਾਂ ਦੁਬਾਰਾ ਸਣੇ ਕੇ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਸ਼ਾਮਲ ਹੁੰਦੀਆਂ। ਮੈਨੂੰ ਦੱਸਿਆ ਗਿਆ ਕਿ ਲਾਂਗਰੀ ਸਿੰਘ ਵੀ ਖੂਹ 'ਤੇ ਠਾਠਾ ਕੱਪੜਾ ਜਾਂ ਰੁਮਾਲੀ ਬਣ ਕੇ ਨਾਮ ਜਪਦਿਆਂ ਲੰਗਰ ਤਿਆਰ ਕਰਦੇ ਹਨ। ਲੰਗਰ ਕੇਵਲ ਵਿਵੇਕੀ ਸੋਧੀ ਸਿੰਘ ਹੀ ਕਰਦੇ ਹਨ। ਸ਼੍ਰੀ ਭੈਣੀ ਸਾਹਿਬ ਦਾ ਸਮੁੱਚਾ ਮਾਹੌਲ ਤ੍ਰੇਤੇ ਯੁੱਗ ਦੇ ਅਗਸਤ ਮੁਨੀ ਦੇ ਆਸ਼ਰਮ ਵਾਂਗ ਦੈਵੀ ਰੰਗ ਵਿੱਚ ਰੰਗਿਆ ਪ੍ਰਤੀਤ ਹੁੰਦਾ ਸੀ। ਮੈਂ ਵੀ ਨਾਮ ਲੈ ਕੇ ਅੰਮ੍ਰਿਤ ਛਕ ਕੇ ਜਪ ਪ੍ਰਯੋਗ ਵਿੱਚ ਸ਼ਾਮਲ ਹੋ ਗਿਆ। ਜਿੰਨੀ ਕੁ ਰਹਿਤ ਮਰਿਆਦਾ ਸਮਝ ਸਕਿਆ, ਪਿਸ਼ਾਬ ਕਰਕੇ ਜਲ ਵਰਤਣਾ, ਇਸ਼ਨਾਨ ਕਰਕੇ ਕਛਹਿਰੇ ਦਾ ਇੱਕ ਪੌਂਚਾ ਲਾ ਕੇ ਸੁੱਕੇ ਕਛਹਿਰੇ ਦਾ ਪਾ ਕੇ ਫਿਰ ਦੂਜਾ ਪੌਂਚਾ ਲਾਣਾ। ਦੋਵੇਂ ਪੌਂਚੇ ਨਹੀਂ ਲੱਥਣ ਦੇਣੇ। ਜੰਗਲ ਮੈਦਾਨ ਜਾ ਕੇ ਰੇਤਾ ਨਾਲ ਹੱਥ ਮਾਂਜਣੇ। ਇਸ਼ਨਾਨ ਕਰਕੇ ਸੁੱਚੇ ਬਸਤਰ ਪਾਉਣੇ। ਜਿੰਨੀ ਕੁ ਰਹਿਤ ਮਰਿਆਦਾ ਮੈਂ ਰੱਖ ਸਕਿਆ, ਇਸ ਨੂੰ ਛੋਟੀ ਸੋਧ ਆਖਦੇ ਸਨ। ਮੈਂ ਜਿਸ ਗੱਲ ਦੀ ਖੋਜ ਵਿੱਚ ਸਾਂ ਉਹ ਪ੍ਰਾਪਤ ਹੋ ਗਈ।
ਮੇਲੇ ਤੋਂ ਬਾਅਦ ਘਰ ਜਾ ਕੇ ਵੀ ਮੇਰਾ ਅੰਮ੍ਰਿਤ ਵੇਲੇ ਦਾ ਇਸ਼ਨਾਨ, ਦਿਨ ਚੜ੍ਹਦੇ ਤੱਕ ਨਾਮ ਦਾ ਜਾਪ ਅਤੇ ਫਿਰ ਗੁਰਬਾਣੀ ਪਾਠ ਮੇਰਾ ਨਿਤ ਕਰਮ ਬਣ ਗਿਆ। ਖਾਣ ਪੀਣ ਵੀ ਸਾਤਵਿਕ ਹੋ ਗਿਆ। ਦਾਦੇ ਵਾਲੀ ਸਿੱਖੀ ਮੁੜ ਘਰ ਵਿੱਚ ਪਰਤ ਆਈ। ਪਤਾ ਲੱਗਿਆ ਕਿ ਅਖੀਰ ਦਸੰਬਰ 2000 ਨੂੰ ਯੂਪੀ ਦੌਰੇ ਸਮੇਂ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਦੀ ਸਿਹਤ ਬਹੁਤ ਢਿੱਲੀ ਹੋ ਗਈ ਸੀ। ਮੈਂ ਫਰਵਰੀ 2001 ਨੂੰ ਸ਼੍ਰੀ ਭੈਣੀ ਸਾਹਿਬ ਆ ਕੇ ਇੱਕ ਵੇਰ ਦਰਸ਼ਨ ਕਰ ਗਿਆ। ਮਾਰਚ ਮਹੀਨੇ ਸ਼੍ਰੀ ਭੈਣੀ ਸਾਹਿਬ ਹੋਲੇ ਮਹੱਲੇ ਸਮੇਂ ਫਿਰ ਆ ਸ਼ਾਮਿਲ ਹੋਇਆ। ਇਸੇ ਦੌਰਾਨ ਇੱਕ ਦਿਨ ਦੁਪਹਿਰ ਦੇ ਨਾਮ ਸਿਮਰਨ ਸਮੇਂ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਆਸਣ ਤੇ ਸੁਸ਼ੋਭਿਤ ਸਨ। ਮੱਥਾ ਟੇਕਣ ਵਾਸਤੇ ਸੰਗਤ ਦੀ ਲੰਬੀ ਕਤਾਰ ਵਿੱਚ ਮੈਂ ਵੀ ਹੌਲੀ ਹੌਲੀ ਅੱਗੇ ਵਧ ਰਿਹਾ ਸੀ। ਸ਼੍ਰੀ ਸਤਿਗੁਰੂ ਜੀ ਦੀ ਸਿਹਤ ਬਹੁਤ ਕਮਜ਼ੋਰ ਜਾਪ ਰਹੀ ਸੀ। ਮੇਰੇ ਮਨ ਵਿੱਚ ਸ਼ੰਕਾ ਜਿਹੀ ਪੈਦਾ ਹੋ ਗਈ ਕਿ ਆਖਰ ਮਨੁੱਖ ਹੀ ਹਨ, ਕਿੰਨੇ ਕਮਜ਼ੋਰ ਹੋ ਗਏ ਹਨ। ਅਰਦਾਸ ਸਮੇਂ ਵੀ ਸੇਵਕ ਸਹਾਰਾ ਦੇ ਕੇ ਖੜਿਆ ਕਰਦੇ ਸਨ। ਇਸੇ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਣ ਦੀ ਦੇਰ ਹੀ ਸੀ ਕਿ ਮੈਂ ਅਜਬ ਕੌਤਕ ਵੇਖਿਆ। ਸ਼੍ਰੀ ਸਤਿਗੁਰੂ ਜੀ ਦੇ ਵਿਰਾਟ ਰੂਪ ਵਿੱਚ ਦਰਸ਼ਨ ਹੋਏ। ਸੂਰਜ ਵਾਂਗ ਚਿਹਰੇ ਦਾ ਤੇਜ ਹੈ ਜੋ ਝੱਲਿਆ ਨਹੀਂ ਜਾਂਦਾ। ਅਨੂਪ ਸਰੂਪ ਵੇਖਦਾ ਹਾਂ ਜੋ ਮੈਂ ਗੁਰਬਾਣੀ ਵਿੱਚ ਪੜ੍ਹਦਾ ਸਾਂ। ਅਤ ਪ੍ਰੀਤਮ ਮਨ ਮੋਹਨਾ ਘਰ ਸੋਹਣਾ ਪ੍ਰਾਨ ਆਪਾ ਆਧਾਰਾ ਰਾਮ। ਉਹ ਅਨੂਪ ਸਰੂਪ ਪ੍ਰਤੱਖ ਵੇਖਿਆ ਪਰ ਚਿਹਰੇ ਦਾ ਤੇਜ ਝੱਲਿਆ ਨਹੀਂ ਗਿਆ। ਮੈਂ ਨਿਗਾਹ ਨੀਵੀਂ ਕਰ ਲਈ, ਫਿਰ ਨਿਗਾਹ ਚੁੱਕੀ ਤਾਂ ਉਹ ਤੇਜਸਵੀ ਰੂਪ। 2 ਮਿੰਟ ਐਸਾ ਲੌਕਿਕ ਦਰਸ਼ਨ ਹੋਇਆ। ਫਿਰ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਝੁਕੇ ਹੋਏ ਬੈਠੇ ਸਨ। ਕਮਜ਼ੋਰ ਜਿਹਾ ਸਰੀਰ ਹੈ ਪਰ ਮੇਰੇ ਤਾਂ ਕਪਾਟ ਖੁੱਲ੍ਹ ਗਏ। ਸਰੀਰ ਦੀ ਤਸਵੀਰ ਹੀ ਬਦਲ ਗਈ। ਅਦਭੁਤ ਪਰਮਦ ਭੂਤ ਬਿਸਮੈ ਬਿਸਮ ਅਚਰਜ ਅਤ ਹੈ ਵਾਲੇ ਸਰੂਪ ਦੇ ਸਫਲ ਦਰਸ਼ਨ ਕਰਕੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨ ਮਤ ਹੈ ਵਾਲੀ ਅਵਸਥਾ ਬਣ ਗਈ। ਮੈਂ ਜਾਣਿਆ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਜੋਤ ਹਨ, ਸਰਬ ਕਲਾ ਸਮਰੱਥ ਹਨ। ਮਨੁੱਖਾ ਸਰੀਰ ਵਿੱਚ ਦੁੱਖ ਸੁੱਖ ਤੇ ਵੰਡਾਉਂਦੇ ਪਰ ਲੀਲਾ ਕਰਦੇ ਹਨ। ਮੇਰੇ ਧੰਨ ਭਾਗ ਹਨ, ਮੈਨੂੰ ਸਫਲ ਦਰਸ਼ਨ ਦੇ ਕੇ ਮੇਰੀ ਸ਼ੰਕਾ ਨਵੀਰਤ ਕਰ ਦਿੱਤੀ। ਕੇਤੀ ਮੰਗਨ ਮੰਗੇ ਭਾਵਨੀਆ ਸੋ ਪਾਈਏ, ਸਫਲ ਦਰਸ਼ਰੇ ਪਰਸ ਗੁਣ ਗਾਈਏ। ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਆਓ ਉਹਨਾਂ ਦੇ ਚਰਨਾਂ ਤੇ ਕੋਟਾਨ ਨਮਸਕਾਰ ਕਰ ਲਈਏ। ਸਤਿ ਸ਼੍ਰੀ ਅਕਾਲ।